ਸੁੱਤਾ ਹੈ, ਸਾਡੀਆਂ ਅੱਖਾਂ ਖੁੱਲੀਆਂ, ਵੇਖਣ ਵਾਲਾ ਵੇਖਦਾ ਕਿ ਅਸੀਂ ਬੰਦਗੀ ਵਿੱਚ ਬੈਠੇ ਹਾਂ। ਪਰ ਸ਼ੈਤਾਨ ਇਸ ਗੱਲ ਦੇ ਉੱਤੇ ਬੜਾ ਖੁਸ਼ ਹੈ, ਬੈਠੇ ਤਾਂ ਬੰਦਗੀ ਵਿੱਚ ਹੈ, ਜਿਵੇਂ ਆਇਆ ਘਰੇ ਉਵੇਂ ਹੀ ਜਾਊਗਾ। ਕੀ ਤੁਸੀਂ ਖੁਸ਼ ਹੋ ਇਸ ਗੱਲ ਤੋਂ ਵੀ ਜਿਵੇਂ ਅਸੀਂ ਆਏ ਉਵੇਂ ਜਾਈਏ? ਅੱਜ ਕਿਉਂ ਵਿਸ਼ਵਾਸੀ ਦੇ ਜੀਵਨ ਦੇ ਵਿੱਚ ਆਨੰਦ ਨਹੀਂ? ਕਿਉਂਕਿ ਉਹ ਜਦੋਂ ਬੰਦਗੀ ਦੇ ਵਿੱਚ ਆਉਂਦਾ ਉਹਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ, ਜਾਂ ਦਿਮਾਗ ਸ਼ੈਤਾਨ ਮੋਬਾਈਲ ਵੱਲੇ ਲਾਇਆ, ਜਾਂ ਦਿਮਾਗ ਸ਼ੈਤਾਨ ਨੇ ਕਿਤੇ ਹੋਰ ਹੁੰਦਾ ਲਾ ਕੇ ਰੱਖਿਆ ਹੁੰਦਾ। ਮੀਟਿੰਗ ਦੇ ਵਿੱਚ ਧਿਆਨ ਹੁੰਦਾ। ਸਾਰੇ ਬੋਲੋ ਹਾਲੇਲੂਇਆ। ਜਾਗਣ ਵਾਲੇ ਬੋਲਣ ਹਾਲੇਲੂਇਆ। ਸੁਣਨ ਵਾਲੇ ਬੋਲਣ ਹਾਲੇਲੂਇਆ। ਅੱਜ ਦਾ ਵਚਨ ਨੂੰ ਗ੍ਰਹਿਣ ਕਰਨ ਵਾਲੇ ਬੋਲਣ ਹਾਲੇਲੂਇਆ। ਪਰਮੇਸ਼ਰ ਦੀ ਆਵਾਜ਼ ਨੂੰ ਸੁਣਨ ਵਾਲੇ ਬੋਲਣ ਹਾਲੇਲੂਇਆ। ਅੱਜ ਸ਼ੈਤਾਨ ਨੂੰ ਕੁਚਲਣ ਵਾਲੇ ਬੋਲਣ ਹਾਲੇਲੂਇਆ। ਅੱਜ ਬਿਮਾਰੀਆਂ ਤੋਂ ਆਜ਼ਾਦ ਹੋਣ ਵਾਲੇ ਬੋਲਣ ਹਾਲੇਲੂਇਆ। ਅੱਜ ਪਰਮੇਸ਼ਰ ਤੋਂ ਸ਼ਿਫਾ ਪਾਉਣ ਵਾਲੇ ਬੋਲਣ ਹਾਲੇਲੂਇਆ। ਅੱਜ ਪਰਮੇਸ਼ਰ ਦੀ ਆਨੰਦ ਦੀ ਘੜੀ ਵਿੱਚ ਪ੍ਰਵੇਸ਼ ਆਉਣ ਵਾਲੇ ਬੋਲਣ ਹਾਲੇਲੂਇਆ। ਯਿਸੂ ਮਸੀਹ ਕੀ, ਮਸੀਹ ਕੀ, ਮਸੀਹ ਕੀ, ਮਸੀਹ ਕੀ, ਮਸੀਹ ਕੀ, ਮਸੀਹ ਕੀ। ਜਦੋਂ ਤੁਸੀਂ ਪਰਮੇਸ਼ਵਰ ਦੇ ਨਾਲ ਐਕ ਕਰਦੇ ਹੋ, ਪਰਮੇਸ਼ਵਰ ਦੇ ਨਾਲ ਇੱਕ ਸਮਾਂ ਬੰਨਦੇ ਹੋ, ਤੇ ਤੁਹਾਡੀ ਬਾਡੀ ਦੇ ਵਿੱਚ ਕਰੰਟ ਆਉਣਾ ਕੀ ਹੋ ਜਾਂਦਾ ਹੈ? ਤੇ ਜਦੋਂ ਅਸੀਂ ਸੁੱਤੇ ਆ ਫਿਰ ਕਰੰਟ ਆਉਂਦਾ ਕਿਤੇ? ਫਿਰ ਨਹੀਂ ਆਉਂਦਾ। ਸੋ ਆਈ ਅਸੀਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਪਹਿਲਾਂ ਦੱਸ ਸਕਾਂ ਕਿ ਸਾਨੂੰ ਅੱਜ ਪਰਮੇਸ਼ਵਰ ਦੀ ਇੱਛਾ ਨੂੰ ਜਾਣਨ ਦੀ ਕੀ ਲੋੜ ਹੈ। ਮੈਂ ਜ਼ਿਆਦਾ ਹੁਣ ਬੱਚਾ ਲੰਮਾ ਚੌੜਾ ਨਹੀਂ ਦਿੰਦਾ, ਮੈਂ ਇਸ ਕਰਕੇ ਘੱਟ ਕਰਦਾ ਬੱਚਾ ਕਿ ਤੁਹਾਡੇ ਸਮਝ ਆ ਜਾਵੇ। ਪੜ੍ਹੀਏ ਜਰਾ ਪਹਿਲਾ ਪਤਰਸ, ਅਗਰ ਕੋਈ ਮੇਰੇ ਨਾਲ ਕੱਢੇ ਤਾਂ ਪਹਿਲਾ ਪਤਰਸ ਅਗਰ ਕਿਸੇ ਨੂੰ ਮਿਲ ਜਾਏ ਤੇ ਉਸਦਾ 4 ਪਾਠ ਚ ਚਲੀਏ, ਉਸ ਦੀ 2 ਐਤ ਨੂੰ ਪੜ੍ਹੀਏ। ਭਾਈ ਤੁਸੀਂ ਅਗਾਹਾਂ ਨੂੰ ਹੁਣ ਸਾਰੇ ਜਣੇ ਧਿਆਨ ਨਾਲ ਸੁਣਨਾ ਜਰਾ ਇਸ ਗੱਲ ਨੂੰ। ਅੱਜ ਮੈਂ ਜਦੋਂ ਇੱਥੇ ਪ੍ਰਾਰਥਨਾ ਦੇ ਵਿੱਚ ਸੀ ਔਰ ਮੈਂ ਖੁਦਾ ਨੂੰ ਪੁੱਛਦਾ ਸੀ, ਰੱਬਾ ਅੱਜ ਤੇਰੇ ਲੋਕਾਂ ਦੇ ਲਈ ਕੀ ਖੁਰਾਕ ਆ? ਪਵਿੱਤਰ ਆਤਮਾ ਨੇ ਮੈਨੂੰ ਸਮਝਾਉਣਾ ਕੀ ਕਰ ਦਿੱਤਾ? ਕੀ ਕਰ ਦਿੱਤਾ? ਕਿ ਮੇਰੀ ਔਰਤੋਂ ਨਹੀਂ ਹੈ, ਪਰਮੇਸ਼ਵਰ ਦੀ ਔਰਤੋਂ ਹੈ। ਪੜ੍ਹੀਏ ਤੇ ਧਿਆਨ ਦੇ ਨਾਲ ਸੁਣੀਏ। ਹਾਂਜੀ ਭਾਈ ਤੁਸੀਂ ਅਗਾਹਾਂ ਨੂੰ ਹਾਂ ਮਨੁੱਖਾਂ ਦੀਆਂ ਕਾਮਨਾ ਦੇ ਅਨੁਸਾਰ ਨਹੀਂ ਕਹਿੰਦਾ। ਹੁਣ ਤੁਸੀਂ ਅਗਾਂਹ ਨੂੰ ਮਨੁੱਖਾਂ ਦੀਆਂ ਕਾਮਨਾ ਦੇ ਅਨੁਸਾਰ ਨਹੀਂ। ਅੱਜ ਬਹੁਤ ਸਾਰੇ ਲੋਕ ਨੇ, ਬਹੁਤ ਸਾਰੀਆਂ ਭੈਣਾਂ ਨੇ, ਇਹ ਨਹੀਂ ਹੈ ਕਿ ਆਪਣੇ ਪਤੀ ਦੇ ਆਖੇ ਨਹੀਂ ਲੱਗਣਾ ਹੈ, ਪਰ ਜੇਕਰ ਜੇ ਕਿਸੇ ਭੈਣ ਦਾ ਪਤੀ ਰੱਬ ਦੇ ਵਿੱਚ ਵਿਸ਼ਵਾਸ ਘੱਟ ਕਰਦਾ ਏ, ਤੇ ਇਹ ਨਹੀਂ ਹੈ ਵੀ ਜੇ ਉਹ ਘੱਟ ਕਰਦਾ ਤੇ ਆਪ ਵੀ ਨਹੀਂ ਚਰਚ ਆਉਣਾ, ਜੇ ਉਹ ਰੱਬ ਦਾ ਨਾਮ ਨਹੀਂ ਲੈਂਦਾ ਤੇ ਆਪ ਵੀ ਪ੍ਰਾਰਥਨਾ ਕਰਨੀ ਛੱਡ ਦੇਣੀ। ਇਹ ਨਹੀਂ ਹੈ। ਲਿਖੀਏ ਖੁਦਾ ਦੇ ਵਚਨ ਦੇ ਵਿੱਚ, ਕਹਿੰਦਾ ਪੜ੍ਹੀਏ ਧਿਆਨ ਦੇ ਨਾਲ। ਹਾਂਜੀ ਭਾਈ ਤੁਸੀਂ ਅਗਾਹਾਂ ਨੂੰ ਹੋਰ ਜਿਹੜਾ ਅਗਾਂਹ ਨੂੰ ਅਸੀਂ ਕਿੱਧਰ ਵੱਧ ਰਹੇ ਹਾਂ? ਮਨੁੱਖਾਂ ਦੀਆਂ ਕਾਮਨਾ ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਹੁਣ ਅਗਾਂਹ ਕਿਆਂ ਨੂੰ ਜਾ ਰਹੇ ਹਾਂ? ਅਸੀਂ ਬੋਲੋ ਜਰਾ, ਕਿੱਧਰ ਨੂੰ ਜਾ ਰਹੇ ਹਾਂ? ਅੱਗੇ ਤਾਂ ਜਾ ਰਹੇ ਹਾਂ, ਪਰ ਕਿੱਧਰ ਨੂੰ ਵੱਧ ਰਹੇ ਹਾਂ? ਬੋਲੋ ਜਰਾ, ਦੁਬਾਰਾ ਪੜ੍ਹ ਦੋ, ਸ਼ਾਇਦ ਸਮਝ ਆ ਜਾਏ। ਭਾਈ ਤੁਸੀਂ ਅਗਾਹਾਂ ਨੂੰ, ਤੁਸੀਂ ਅਗਾਂਹ ਨੂੰ। ਅਗਾਂਹ ਕਿਹੜੀ ਚੀਜ਼ ਨੂੰ ਜ਼ਾਹਿਰ ਕਰਦੀ ਹੈ? ਪਰਮੇਸ਼ਵਰ ਤਾਰੀਫ, ਹਾਲੇਲੂਇਆ। ਕਹਿੰਦਾ ਵੀ ਤੁਸੀਂ ਹੁਣ ਅਗਾਂਹ ਨੂੰ ਮਨੁੱਖਾਂ ਦੀਆਂ ਕਾਮਨਾ ਦੇ ਅਨੁਸਾਰ ਨਹੀਂ, ਕਿਉਂਕਿ ਅਸੀਂ ਬੀਤੇ ਸਮੇਂ ਦੇ ਵਿੱਚ ਮਨੁੱਖਾਂ ਦੀਆਂ ਕਾਮਨਾ ਦੇ ਅਨੁਸਾਰ ਆਪਣੇ ਜੀਵਨ ਨੂੰ ਕੱਟਿਆ ਹੈ, ਔਰ ਉਹ ਜੀਵਨ ਦਾ ਸਾਨੂੰ ਕੋਈ ਲਾਭ ਨਹੀਂ ਹੋਇਆ। ਉਹ ਜੀਵਨ ਦੀ ਸਾਨੂੰ ਕੋਈ ਵੀ ਪ੍ਰਾਪਤੀ ਨਹੀਂ ਹੋਈ। ਅਸੀਂ ਹਰ ਦਿਨ ਨੂੰ ਇੱਕ ਜਿਹਾ ਮੰਨਦੇ ਆਏ ਹਾਂ, ਪਰ ਖੁਦਾ ਦਾ ਦਾਸ ਇੱਥੇ ਆਪਣੇ ਨਿੱਜੀ ਤਜਰਬੇ ਦੇ ਨਾਲ ਇਹ ਗੱਲ ਨੂੰ ਬਿਆਨ ਕਰਦਾ ਹੈ। ਪਤਰਸ ਕਹਿੰਦਾ ਭਾਈ ਹੁਣ ਗਾਹ ਨੂੰ ਕੋਈ ਮਨੁੱਖਾਂ ਦੇ ਅਨੁਸਾਰ, ਕਿਉਂਕਿ ਪਰਮੇਸ਼ਵਰ ਦੇ ਪੁੱਤਰ ਦਾ ਆਉਣਾ ਕੀ ਹੈ? ਨਜ਼ਦੀਕ ਹੋ ਚੁੱਕਾ ਹੈ। ਪੜ੍ਹੀਏ ਧਿਆਨ ਨਾਲ, ਅਗਲੀ ਗੱਲ ਸੁਣਦੇ ਹਾਂ। ਹਾਂਜੀ ਭਾਈ ਤੁਸੀਂ ਅਗਾਹਾਂ ਨੂੰ ਮਨੁੱਖਾਂ ਦੀਆਂ ਕਾਮਨਾ ਦੇ ਅਨੁਸਾਰ ਨਹੀਂ, ਹਾਂ ਸਗੋਂ ਪਰਮੇਸ਼ਵਰ ਦੀ ਇੱਛਾ ਦੇ ਕਿੰਦੇ ਮੁਤਾਬਕ? ਕਿੰਦੇ ਮੁਤਾਬਕ? ਹੁਣ ਰੱਬ ਦੀ ਇੱਛਾ ਕੀ ਆ ਸਾਡੇ ਜੀਵਨ ਚ? ਰੱਬ ਦੀ ਇੱਛਾ ਇਹ ਹੈ ਤੂੰ ਬੰਦਗੀ ਤੇ ਆ, ਬੰਦਗੀ ਕਰ, ਪ੍ਰਾਰਥਨਾ ਕਰ, ਵਚਨ ਪੜ, ਰੋਜ਼ੇ ਰੱਖ, ਔਰ ਮੇਰੀ ਵਿਵਸਥਾ ਵੱਲੇ ਕੀ ਕਰ? ਧਿਆਨ, ਮੇਰੇ ਵਿਵਸਥਾ ਵਿੱਚ ਧਿਆਨ ਦੇ। ਅੱਜ ਬਹੁਤ ਸਾਰੇ ਲੋਕਾਂ ਦਾ
परमेश्वर की इच्छा वाल ध्यान नहीं। आज बहुत सारे लोग परमेश्वर की इच्छा नहीं जान रहे। आज बेशक बहुत पास्टर साहबान ने जिन्हों ने खुदा की इच्छा के मुताबिक तौबा दा कीती, खुदा की इच्छा के मुताबिक बपतिस्मा दा लिया, परमेश्वर की इच्छा के मुताबिक हॉली स्पिरिट का दान दा पाया, लेकिन परमेश्वर की इच्छा के मुताबिक उसने अपना जीवन जीना चाहा। आज बहुत सारे पास्टर परमेश्वर की इच्छा के मुताबिक नहीं, बहुत सारिया कलीसियावां परमेश्वर की इच्छा के मुताबिक नहीं, बहुत सारे विश्वासी इच्छा के मुताबिक नहीं, बहुत सारे लोग परमेश्वर की इच्छा के मुताबिक अपनी जिंदगी नहीं जी रहे। कि आज कोई साडे विचों इदां दा है जिहड़ा परमेश्वर की इच्छा को अपने जीवन च ना रखता होवे? जिस जीवन दे विच परमेश्वर की इच्छा नहीं, वो जीवन आसीसों दूर है। उस जीवन दे विच परमेश्वर का आत्मा काम नहीं करेगा, उस जीवन दे विच परमेश्वर की आज्ञा नहीं आएगी, और जीवन दे विच परमेश्वर का आनंद नहीं पाएगा। असीं धरती ते रह के खुदा दा वचन बयान करदे ए दिन जिहड़े सानू रब ने दित्ते ने, जेकर असीं इस आयत नूं पूरा करिए। मेरा अज मेन जिहड़ा टॉप पवित्र आत्मा ने मैनूं दित्ता और इच्छा के ऊपर है। जे असीं खुदा दी इच्छा के अनुसार चलांगे ते साडा परमेश्वर साडे तो की होवेगा? की होवेगा? मान लो तुसी किसी दा धी हो या किसी दे बेटे हो या किसी दे पति हो, कुछ भी है, ABC कुछ भी असीं लाके चलदे हां। जे पुत्र अपने प्यो की गल ना मने तो प्यो नूं नाम दूगा, उन्होंने कहेगा तू मेरे आखे नहीं लगा, बड़ी वधिया गल है। उन्होंने जफ्फी पाऊगा पुत्र, प्यो नूं जफ्फी पाएगा? की कहेगा प्यो? की कहेगा? दसो जल्दी जल्दी बोले, चलो फिर टाइम लग जाना है। की कहेगा प्यो? की क्या की कहोगे? जा नकम्मा नहीं कहते, सीधा कहेंगे इहदे नालों तो जमदा ही ना। आ नकम्मा का शब्द नहीं बोलते, इहदे नालों तो हुंदा ही ना, मैं इदां गुजारा कर लैंदा, कहंदे ना। हुंदी गल सच है। जेड़ा पुत्र अपने बाप दे आखे नहीं लगदा ते दुनियावी प्यो खुश नहीं, ते साडा तां स्वर्गी पिता है। जे असीं उहदी इच्छा के मुताबिक ना जीए या ना चले, वो साडे तो खुश नहीं होएगा। कहंदा परमेश्वर मेरे तो तुहाडे कोलों की फेर लवेगा अखां, की करेगा? वचन दे विच लिखिया तुसीं मैनूं प्रभु प्रभु करके की करोगे? पकारोगे और कहोगे कि प्रभु मैं तेरे नाम चा काम कीता, प्रभु तेरे नाम चा काम कीता, ते मैं की कहूंगा है बदकारो मेरे कोलों दूर चले जाओ, मैं तुहानूं जानदा नहीं। क्यों ये गल क्यों? किन्हां नूं कही है? किन्हां नूं? आज्ञाकारिता कीती कई किन्हां नूं? सुनिए ध्यान दईए, ਇਹ ਉਹਨਾਂ ਨੂੰ ਕਿਹਾ ਜਿਹੜੇ ਪਰਮੇਸ਼ਵਰ ਦੇ ਵਚਨ ਨੂੰ ਜਾਣਦੇ ਸਨ। ਇਹ ਉਹਨਾਂ ਨੂੰ ਕਹੇਗਾ ਕਿ ਮੇਰੀਆਂ ਅੱਖਾਂ ਤੋਂ ਦੂਰ ਚਲੇ ਜਾਓ, ਮੈਂ ਤੁਹਾਨੂੰ ਜਾਣਦਾ। ਕੁਝ ਸਮੇਂ ਪਹਿਲਾਂ ਪਰਮੇਸ਼ਵਰ ਦੇ ਕਦਮਾਂ 'ਚ ਸੀ, ਉਹਦੀ ਇੱਛਾ ਦੇ ਮੁਤਾਬਕ ਨਹੀਂ ਚੱਲੇ। ਫਿਰ ਪ੍ਰਭੂ ਨੂੰ ਕਹਿਣ ਲੱਗੇ ਖੁਦਾਵੰਦ ਅਸੀਂ ਤੇਰੇ ਨਾਲ ਚਾਹ ਕੰਮ ਕੀਤਾ, ਏਦਾਂ ਕੀਤਾ, ਪਰ ਜੇ ਇੱਛਾ ਦੇ ਮੁਤਾਬਕ ਚੱਲੀ ਨਹੀਂ ਤਾਂ ਪ੍ਰਭੂ ਨੇ ਕਹਤਾ ਹੈ ਬਦਕਾਰੇ ਮੇਰੇ ਕੋਲੋਂ ਦੂਰ, ਮੈਂ ਤੁਹਾਨੂੰ ਜਾਣਦਾ। ਉਹ ਉਹਨਾਂ ਨੂੰ ਕਹੇਗਾ ਜਿਹੜੇ ਉਹਨੂੰ ਜਾਣਦੇ ਸਨ, ਉਹਨਾਂ ਨੂੰ ਦੂਰ ਕਰੇਗਾ ਉਸ ਸਮੇਂ। आज बहुत सारे लोग प्रभु यीशु मसीह को जानते हैं, लेकिन प्रभु यीशु मसीह की इच्छा के उत्ते चलना पसंद नहीं करते। जिस समय एलिया को आवाज हुई कि सर्वत दे नाल में चला जा, एलिया बाइबल बयान करती है एलिया दुख सुख भोगण वाला इंसान सी, ते एलिया किसकी इच्छा के अनुसार चल रहा सी? वो किसका दास सी? किसका सीगा? वो परमेश्वर का दास सी। जब एलिया ने उस इच्छा के नाल प्रार्थना की, उस इच्छा के माध्यम के नाल जितना संपर्क परमेश्वर के नाल जुड़िया सी, जब उसने हवा को राजन करता है हवा मेरे कहन तो बिना इस आकाश के ऊपरों बारिश नहीं आएगी। जब एलिया ने तनो मनो प्रार्थना की थी, ते परमेश्वर ने 3.5 साल आकाश नूं की कर दिता? की कर दिता? की कर दिता? एलिया परमेश्वर की इच्छा के अनुसार अपनी जिंदगी जींदा सी। आज साडे विचों बहुत सारे लोग उस इच्छा तो दूर ने। आज खुद चुका देगा बहुत सारे लोग ताके सामने आके ताके परमेश्वर
परमेश्वर का अंगीकार करनगे, तुहाडे सामने परमेश्वर के नाम ते तौबा कर लेंगे, पर इस तो पहला तुहानू अपने परमेश्वर की इच्छा के ऊपर चलना पवेगा। पर जेकर असी खुदा की इच्छा के मुताबिक नहीं चलते तो कोई काम होवेगा नहीं होएगा। एलिया ने प्रार्थना की थी, 3.5 साल काश बंद हो गया। एलिया ने ही प्रार्थना की थी तो बारिश होनी शुरू हो गई, क्योंकि एलिया किसकी इच्छा के नाल चलता सी। उत्थे लिखा तुसीं मनुक्खां दी कामना के अनुसार। एलिया को कोई प्रॉब्लम नहीं, कहता मुबारक है वो इंसान, मैं इस करके बाइबल पढ़ा रहा, बाइबल दे विच लिखा कहता मुबारक है वो इंसान जो परमेश्वर के ऊपर भरोसा रखता है। भरोसा तो वही रखेगा ना जेड़ा परमेश्वर की इच्छा से चलेगा ना। ते जिंदा इच्छा ही है नहीं होता फिर भरोसा काहदा होएगा? भाई हुंदा ही ना नहीं हुंदा, कदी नहीं हो सकता, कदी ना होवेगा। आज असी परमेश्वर की इच्छा नूं जानना है। आज असी थोड़े टाइम के लिए परमेश्वर के कोल आउणे आ और बहुत लंबे समय के लिए रब कोलों दूर चले जाते हैं। असी कदी आकाश वाले ध्यान नहीं दिता कि मेरा परमेश्वर मेरे जीवन के उत्ते अखा ला के बैठा है। आज मेरे परमेश्वर को अगर मेरे जीवन के विचों दिन पर फल ना मिलिया, मेरा परमेश्वर मेरे तो नाराज होवेगा। मेरा परमेश्वर मेरियां बरकतां जिहड़ियां देना चाहुंदा है उन्हां विच देर ला सकता है। पर असी की करदे हैं? परमेश्वर हुणे दे, रब्बा हुणे करके वहा ते रब दे आखे भावें लगदे, जे रब दे आखे लगोगे। रब ने किन्ना, खुदा ने बहुत या लोगों की परवाह नहीं की। क्या की उन्हें? एलिया ने क्या, रब ने झट आकाश को बंद कर दिता। आज कोई अज दे इंसान, अज परमेश्वर वो बदलिया नहीं है, अज भी प्रभु वो है। वचन ते लिखा धरती ते दो जन किसी काम के लिए प्रार्थना करन और मेरे बाप को मंगण ते उन्हां दे लई वो बदलिया होया नहीं। पर होवेगा कदों? जदों उन्हां दी इच्छा पूर्ण तरीके नाल प्रभु दे विच होएगी। तां क्योंकि जदों नूह परमेश्वर की इच्छा के मुताबिक चलदा सी, नूह नूं जदों परमेश्वर ने आवाज मारी, नूह जल्दी जल्दी एक बेड़ा बना दे, मैं इस धरती ते 40 दिन ते 40 रातां मींह पाउणा है। नूह ने ये तो नहीं किया रब्बा स्टार्ट किदन करेगा मींह पाउणा। नूह ने एक गल कही, नूह ने मन्निया गल नहीं, रब की आवाज को सुनिया उन्होंने। जिवें उस सिरजनहारे परमेश्वर की आवाज ने नूह ने सुनिया ते उसे टाइम नूह ने काम करना स्टार्ट। जिस स्टेप के उत्ते परमेश्वर ने नूह के नाल गल कीती सी और उसे ही स्टेप ते खड़े हुए नूह ने उस जिहड़ी किश्ती नूं बनाना की कर दिता, क्योंकि नूह परमेश्वर की इच्छा के मुताबिक चलता सी। आज बहुत सारे लोग संडे नहीं आए, आज चर्च च नहीं आया। आज बहुत सारे लोग, कोई मंडियां दे विच गया, कोई किते आ, कोई किते आ, उन्हां दे जीवन दे विच इच्छा है नहीं है। क्योंकि परमेश्वर, मैं अपनी जिंदगी का तजर्बा किया है और मेरी जिंदगी का तजर्बा है, परमेश्वर उन्ना तुसी काम करके आनंद नहीं रहोगे जिन्ना तुसी बंदगी दे विच आके आनंद रहोगे। उन्ना तुसी कमा के रज के नहीं खाओगे जिन्ना तुसी परमेश्वर दे भै दे विच रह के रज के खाओगे। कदी करते नहीं असी, क्योंकि असी इच्छा नूं जाणिया ही नहीं होंदी नूं। कदी असी इच्छा नूं जाणिया नहीं, क्योंकि असी परमेश्वर की इच्छा के नाल चलना है। उस वचन नूं पढ़िए अगे पूरी करिए उस आयत नूं। कहता कि हां जी, भाई तुसी अगाह नूं मनुक्खां दी कामना दे अनुसार नहीं। हर बचन दे लई अज एक सुंदर वचन है कि भाई तुसी अगाह नूं मनुक्खां दी कामना दे अनुसार नहीं, सगों परमेश्वर दी इच्छा दे अनुसार। सगों परमेश्वर दी इच्छा। मनुख दे पीछे लगया तानू कुछ नहीं मिलना। मैं इत्थे अगर रोकां ते तानू दसना चाहना, मेरा टॉपिक नहीं है, पर मैं दसना सगों ते मनुखा दी इच्छा विच फर्क की है। मैनू जो परमेश्वर दा आत्मा दस रहा मैं तुहानू दसना चाहना है। वचन दी समझ आ रही है की है? पढ़िए उस गल नूं जरा ध्यान दोबारा उससे आए। सगों परमेश्वर दी इच्छा दे अनुसार हां शरीर विच अपनी बातें दे उपर पिछो भाई तुसी अगाह नूं हां मनुक्खां दी कामना दे अनुसार नहीं। तुसी गाह नूं मनुक्खां दी कामना दे अनुसार नहीं। सुनो इत्थे फर्क आ। जदों यहूदा इस रोटी
ਉਹਨਾਂ ਯਹੂਦੀ ਜਾਜਕਾਂ ਦੇ ਕੋਲ ਗਿਆ ਜਿੰਦੇ ਵਿੱਚ ਪਰਮੇਸ਼ਵਰ ਦੇ ਜੀਵਨ ਦੇ ਵਿੱਚ ਖੁਦਾ ਦੀ ਇੱਛਾ ਤਾਂ ਸਹੀ ਪਰ ਉਹ ਮਨੁੱਖਾਂ ਦੇ ਪਿੱਛੇ ਲੱਗ ਗਿਆ और यहूदी सम्राट यहूदी मत के पीछे लग गया उन्हें अपना उस इच्छा को नहीं देखा जेरी इच्छा दे नाल प्रभु यीशु मसीह उनके सामने अन्यां नूं चंगा करदा कोड़ियां नूं शुद्ध करदा कुब्बियां नूं चंगा करदा 38 साल दे तंगी नूं उठाता और 12 साल दे लोकां नूं चंगा कर दिता यहूदा इस्राएली सारी गल्लां नूं भुल गया और उस इच्छा दे वाले उसने ध्यान लाया नहीं सगों मनुखा दी कामना दे अनुसार चला गया मनुखा ने पीछे चल के यहूदा इस्राएली को फायदा मिला उन्हें प्रॉफिट होया नहीं यहूदा इस्राएली को प्रॉफिट होया नहीं जाके 3 रुपया दे विच यीशु मसीह ने की कर दिता और यीशु मसीह की इच्छा सी कि ए मैनू बेचदा यीशु मसीह ने जबकि पहला कह दिता भी तुहाडे विचों अज एक जना मैनू की करेगा पर उस गल दे उत्ते खरा नहीं उतरिया उस गल नूं अपने जीवन च नहीं लिया रोया नहीं कि खुदावंद मेरे जीवन दे विच तेरी अज की इच्छा है क्योंकि परमेश्वर ने तो पहले इंडिकेशन कर दिता पर यीशु मसीह ने दसना चाहता यीशु मसीह दी क्रूस ते चढ़ाए जान तो पहला यहूदा इस्करियोती मर चुका सी मर गया हो क्योंकि परमेश्वर दे जीवन दे विच चलदा चलदा खुदा दी इच्छा तो की हो गया रब दे विच कायम नहीं रहा पढ़िए उस गल नूं ध्यान दे नाल कहंदा सगों हुण मनुखा दी इच्छा दे अनुसार असीं अपना बड़ा जीवन कट लिया पर अगे ते सगों ते नहीं है शब्द पढ़िए उस गल नूं दोबारा भाई तुसीं अगाहां नूं हां मनुखा दी कामना दे अनुसार नहीं मनुखा दी हुण कामना दे अनुसार नहीं सगों परमेश्वर दी इच्छा दे अनुसार हुण जेकर असीं मनुखा दी कामना दे अनुसार चाची ताई मासी भूआ भतीजी ताए पिछे सारे पिछे लाके अपनी उम्र नूं कट्टिया है पर हुण परमेश्वर दे लई अपनी जिंदगी जीना की करो हुण फिर आनंद कुछ अलग बजेगा सुनिए ध्यान देना हां जी मनुखा दी कामना अनुसार नहीं सब परमेश्वर दी इच्छा दे अनुसार परमेश्वर दी इच्छा दे अनुसार शरीर विच अपनी बाकी दी उम्र कट्टो हुण जेड़ी बाकी दी उम्र जेड़ी शरीर विच रह गई है किवें कटणी असी किंदे विच ए उम्र दित्ती किने है शरीर किने दिता है तंदुरुस्ती किने दित्ती है अज दा दिन किने दिता है अज तुहानू लेके कौन आया है तुहानू प्यार कौन करता है तुहाडे खाण पीण दा इंतजाम कौन करता है तुहाडा हर वेले ध्यान कौन रखता है अजीजों में मनुख नहीं और सर्वशक्तिमान प्रभु यीशु मसीह है जिहड़ा हर पल वायदा करता है कि मैं युग में अंतिम हर समय तेरे नाल क्योंकि परमेश्वर की इच्छा परमेश्वर का अनुग्रह है परमेश्वर का प्रेम जब तुहाडे पर उतरेगा तुसी उसदे इच्छा के अनुसार अपनी उम्र नूं कटना शुरू कर दोगे हालेलुया क्योंकि अब्राहम नु जदों अकाली आई अब्राहम ने अपनी बाकी दी उम्र परमेश्वर के नाम दे विच कटणी दी कर दी शुरू कर दी उन्हें पीछे नहीं देखा और बेशक उसका बाप जड़ा तारा सी मूर्ति पूजक सी जिवें ही कॉलिंग आई और अब्राहम ने अपनी बाकी दी उम्र परमेश्वर के पीछे कटनी की कर दी मनुखा दा हुण मनुखा दे पीछे तो नहीं वेख्या ने रब दे मुताबिक प्रभु मेरे परमेश्वर ने कहा अब्राहम तो अपने अंग साख को छड़ दे जेड़ा काम हुण तेनू मैं रब हावांगा तू ओदे पीछे हो तुर कि अब्राहम ने ये नहीं कहा कि मैं अपने बाप तारा कोल कौली ले आवां गिलास ले आवां ते फिर उन्हें नहीं उस टाइम खुदा दी आवाज नूं सुनिया ते उन्हें ओदा ही करना की कर दिता अज तुसी आवाज सुन रहे हो अज तुसी मनुखा दे अनुसार नहीं लेकिन परमेश्वर दे नाम दे विच एक नवे विश्वासी बन के प्रभु दे विच वधना की करो शुरू करो ताकि तुहाडे जीवन विच अजीब काम होएगा जदों परमेश्वर दे जीव जदों खुदा दी आवाज जदों खुदा दा दास पतरस ते इंद्रियास मच्छियां फड़ रहे सी ते प्रभु यीशु मसीह जा रहे ने जदों प्रभु ने उन्हें आवाज मारी कहता मेरे पीछे आओ ते मैं तुहानू मनुखा दा की बना देवांगा शिकारी उन्होंने आख्या भी साडे ते घरे अज खाण नूं रोटी है नहीं या क्योंकि वो विआया मरिया बंदा पतरस भी
ਸ਼ਾਦੀशुदा ਬੰਦਾ ਸੀਗਾ ਇਹਨੇ ਇਹ ਤਾਂ ਨਹੀਂ ਕਿਹਾ ਵੀ ਨਹੀਂ ਰੱਬਾ ਹਾਲੇ ਅੱਜ ਸਾਡੇ ਕੋਲ ਟਾਈਮ ਨਹੀਂ ਹੈਗਾ, ਅੱਜ ਐਤਵਾਰ ਹੈ ਅਸੀਂ ਚਰਚ ਨਹੀਂ ਜਾਣਾ, ਜਾਂ ਸਾਡੇ ਘਰੇ ਦਿਹਾੜੀ ਦੇ ਲਈ ਪੈਸਾ ਨਹੀਂ ਹੈਗਾ, ਕੱਲ ਨੂੰ ਤੇਰੀ ਆਵਾਜ਼ ਮਾਰ ਕੇ ਸੁਣਾਂਗੇ। ਇਦਾਂ ਕੀਤਾ ਉਹਨਾਂ ਨੇ? ਕਰੇ ਨਹੀਂ ਗਏ। ਪ੍ਰਭੂ ਯਿਸੂ ਮਸੀਹ ਦੇ ਕਦਮਾਂ ਦੇ ਪਿੱਛੇ ਚੱਲਣਾ ਸ਼ੁਰੂ ਕਰ ਦਿੱਤਾ। ਉਸ ਦੀ ਇੱਛਾ ਨੂੰ ਆਪਣੇ ਜੀਵਨ ਦੇ ਵਿੱਚ ਰੱਖ ਕੇ ਤੁਰਨਾ ਕੀ ਕਰ ਦਿੱਤਾ। ਹੁਣ ਪਤਰਸ ਬੇਸ਼ੱਕ ਪਹਿਲਾਂ ਮੱਛੀਆਂ ਫੜਦਾ ਸੀ, ਜਦੋਂ ਹੁਣ ਪਤਰਸ ਨੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਿਆ, ਪਰਮੇਸ਼ਵਰ ਦੇ ਮੁਤਾਬਕ ਚੱਲਣਾ ਸ਼ੁਰੂ ਕਰ ਦਿੱਤਾ। ਪਤਰਸ ਹੁਣ ਪਤਰਸ ਨਹੀਂ ਰਿਹਾ, ਪਤਰਸ ਹੁਣ ਵੈਰੀ ਇੰਪੋਰਟੈਂਟ ਪਰਸਨ ਬਣ ਚੁੱਕਾ ਹੈ। ਹੁਣ ਪਤਰਸ ਅੱਗੇ ਵਾਲਾ ਪਤਰਸ ਨਹੀਂ ਰਿਹਾ, ਹੁਣ ਪਤਰਸ ਇੱਕ ਬਹੁਤ ਸ਼ਕਤੀਸ਼ਾਲੀ ਇਨਸਾਨ ਬਣ। ਹੁਣ ਤੁਸੀਂ ਆਪ ਨਹੀਂ ਰਹੇ ਹੋ, ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਅਭਿਸ਼ੇਕ ਠਹਿਰ ਚੁੱਕਾ ਹੈ। ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਆਤਮਾ ਆਉਣਾ ਚਾਹੁੰਦਾ ਹੈ। ਤੁਹਾਡੇ ਜੀਵਨ ਨੂੰ ਪਰਮੇਸ਼ਵਰ ਆਪਣੇ ਹੱਥਾਂ ਵਿੱਚ ਲੈ ਕੇ ਚਲਾਉਣਾ ਚਾਹੁੰਦਾ ਹੈ। ਪਰਮੇਸ਼ਵਰ ਆਪਣੀ ਇੱਛਾ ਨੂੰ ਤੁਹਾਡੇ ਜੀਵਨ 'ਚ ਪ੍ਰਗਟ ਕਰਨਾ ਚਾਹੁੰਦਾ ਹੈ। ਪਤਰਸ ਦੇ ਜੀਵਨ ਵਿੱਚ ਪ੍ਰਗਟ ਜਦੋਂ ਇੱਛਾ ਹੋਈ, ਹੁਣ ਪਤਰਸ ਤੇ ਐਡਾ ਅਭਿਸ਼ੇਕ ਆ ਗਿਆ ਕਿ ਪਤਰਸ ਦੇ ਜੀਵਨ ਦੇ ਵਿੱਚ ਜਿਹੜਾ ਬੋਡੀ ਦੇ ਵਿੱਚ ਦਾ ਅਭਿਸ਼ੇਕ ਹੈ ਹੀ ਹੈ, ਲੇਕਿਨ ਉਹਦੇ ਪਰਛਾਵੇਂ ਵਿੱਚ ਵੀ ਅਭਿਸ਼ੇਕ ਕੰਮ ਕਰ ਰਿਹਾ ਹੈ, ਕਿਉਂਕਿ ਉਹ ਪ੍ਰਭੂ ਦੀ ਇੱਛਾ ਅਨੁਸਾਰ ਚੱਲ ਰਿਹਾ ਨਾ। ਕਿਉਂਕਿ ਜਦੋਂ ਲੋਕਾਂ ਨੂੰ ਪਤਾ ਲੱਗਦਾ ਸੀ ਕਿ ਪਤਰਸ ਅੱਜ ਇਸ ਸ਼ਹਿਰ ਇਸ ਨਗਰ ਤੋਂ ਲੰਘ ਰਿਹਾ, ਜਿੰਨੇ ਵੀ ਰੋਗੀ ਮੰਜੀਆਂ ਤੇ ਪਏ ਹੁੰਦੇ ਸਨ, ਦਬਾ-ਦਬ ਜੇਕਰ ਪਤਰਸ ਦਾ ਪਰਛਾਵਾਂ ਇੱਧਰ ਜਾ ਰਿਹਾ ਤੇ ਦਬਾ-ਦਬ ਲੋਕ ਚੱਕ ਕੇ ਮੰਜੀਆਂ ਇੱਧਰ ਕਰਦੇ ਸਨ। ਜਿਵੇਂ ਜਿਵੇਂ ਪਤਰਸ ਦਾ ਪਰਛਾਵਾਂ ਲੋਕਾਂ ਦੇ ਮੰਜਿਆਂ ਦੇ ਉੱਪਰ ਪੈਂਦਾ ਸੀ, ਉਵੇਂ ਪਿੱਛੇ ਰੋਗੀ ਖੜੇ ਹੋਣੇ ਕੀ ਹੋ ਜਾਂਦੇ ਸਨ। ਇਹ ਛੋਟੀ ਗੱਲ ਹੈ, ਇਹ ਛੋਟੀ ਗੱਲ ਹੈ, ਕਿਉਂਕਿ ਪਤਰਸ ਦੇ ਸਿਰ ਦੇ ਉੱਪਰ, ਪਤਰਸ ਦੇ ਪਰਛਾਵੇਂ ਦੇ ਵਿੱਚ ਵੀ ਪਰਮੇਸ਼ਵਰ ਦਾ ਹੌਲੀ ਸਪਿਰਿਟ, ਪਰਮੇਸ਼ਵਰ ਦਾ ਹੌਲੀ ਅਭਿਸ਼ੇਕ ਕੰਮ 24 ਘੰਟੇ ਕਰਦਾ ਰਹਿੰਦਾ ਸੀ, ਕਿਉਂਕਿ ਉਹ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਕੀ ਕਰਦਾ ਸੀ, ਜੀਵਨ ਜਿਉਂਦਾ ਸੀ ਕਿ ਨਹੀਂ ਸੀ ਜਿਉਂਦਾ। ਕਿਉਂਕਿ ਜਦੋਂ ਅਸੀਂ ਬਾਕੀ ਦੀ ਜਿਹੜੀ ਸਾਡੀ ਉਮਰ ਹੈ, ਜਦੋਂ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਅਸੀਂ ਕੱਟਾਂਗੇ, ਫਿਰ ਸਾਡਾ ਜੀਵਨ ਸੇਵ ਨਹੀਂ ਰਹੇਗਾ। ਅੱਜ ਅਸੀਂ ਗਰੀਬ ਹੋ ਸਕਦੇ ਹਾਂ, ਪਰ ਜਦੋਂ ਰੱਬ ਦੀ ਇੱਛਾ ਸਾਡੇ ਵਿੱਚ ਆ ਗਈ, ਫਿਰ ਅਸੀਂ ਗਰੀਬ ਨਹੀਂ ਰਵਾਂਗੇ। ਅੱਜ ਅਸੀਂ ਬਿਮਾਰ ਹੋ ਸਕਦੇ ਹਾਂ, ਜਦ ਪਰਮੇਸ਼ਵਰ ਦੀ ਇੱਛਾ ਦੇ ਮੁਤਾਬਕ ਅਸੀਂ ਚੱਲਣਾ ਸ਼ੁਰੂ ਕਰ ਦਿੱਤਾ, ਫਿਰ ਸਾਡੇ ਵਿੱਚ ਬਿਮਾਰੀ ਨਹੀਂ ਰਹੇਗੀ। 12 ਸਾਲ ਦੀ ਰੋਗਨ ਉਦੋਂ ਤੱਕ ਚੰਗੀ ਨਹੀਂ ਹੋਈ ਜਦੋਂ ਤੱਕ ਉਸਦੇ ਕੋਲ ਪੈਸਾ ਸੀ। ਜਿੱਦਣ ਉਸਨੇ ਇੱਕ ਇੱਛਾ ਕੀਤੀ ਕਿ ਅੱਜ ਮੈਂ ਸਿਰਜਣਹਾਰੇ ਦੇ ਪ੍ਰੇਮੀ ਦੇ ਪੱਲਾਂ ਨੂੰ ਛੂਹ ਲਵਾਂਗੀ ਤੇ ਮੈਂ ਰੋਗ ਤੋਂ ਕੀ ਹੋ ਜਾਵਾਂਗੀ, ਫਿਰ ਟਾਈਮ ਲੱਗਾ ਉਹਨੂੰ। ਜਿਵੇਂ ਯਿਸੂ ਮਸੀਹ ਦੇ ਭੀੜ ਦੇ ਵਿੱਚ ਜਾ ਕੇ ਕੱਪੜੇ ਨੂੰ ਛੋਇਆ ਤੇ ਯਿਸੂ ਮਸੀਹ ਉੱਥੇ ਥੰਮ ਗਿਆ, ਕਹਿੰਦਾ ਮੇਰੇ ਵਿੱਚੋਂ ਕੀ ਨਿਕਲੀ ਹੈ, ਸ਼ਕਤੀ ਨਿਕਲੀ ਹੈ। ਕਹਿੰਦਾ ਜੀ ਤੁਹਾਡੇ ਤੇ ਇੰਨੇ ਲੋਕ ਡਿੱਗ ਰਹੇ, ਗਿਰ ਰਹੇ। ਕਹਿੰਦਾ ਨਹੀਂ, ਮੈਨੂੰ ਕਿਸੇ ਨੇ ਵਿਸ਼ਵਾਸ ਨਾਲ ਛੂਇਆ ਹੈ। ਅਗਰ ਤੁਸੀਂ ਅੱਜ ਇੱਛਾ ਦੇ ਨਾਲ ਪ੍ਰਭੂ ਦੇ ਕਦਮਾਂ ਵਿੱਚ ਬੈਠੋਗੇ, ਤੁਹਾਡੀਆਂ ਬਿਮਾਰੀਆਂ ਨਹੀਂ ਰਹਿਣਗੀਆਂ, ਤੁਹਾਡੀਆਂ ਪਰੇਸ਼ਾਨੀਆਂ ਨਹੀਂ ਰਹਿਣਗੀਆਂ, ਤੁਸੀਂ ਸੇਵ ਨਹੀਂ ਰਹੋਗੇ। ਤੁਹਾਡੇ ਜੀਵਨ ਦੇ ਉੱਤੇ ਇੱਕ ਅਨੋਖਾ ਅਭਿਸ਼ੇਕ ਆਏਗਾ, ਤੁਹਾਨੂੰ ਮਜਬੂਰ ਕਰੇਗਾ ਉਹ ਅਭਿਸ਼ੇਕ ਪ੍ਰਾਰਥਨਾ ਦੇ ਲਈ, ਤੁਹਾਨੂੰ ਮਜਬੂਰ ਕਰੇਗਾ ਉਹ ਅਭਿਸ਼ੇਕ ਵਚਨ ਪੜ੍ਹਨ ਦੇ ਲਈ, ਤੁਹਾਨੂੰ ਅਭਿਸ਼ੇਕ ਮਜਬੂਰ ਕਰੇਗਾ ਉਹ ਸੁਬਹ ਉੱਠਣ ਦੇ ਲਈ, ਉਹ ਤੁਹਾਨੂੰ ਅਭਿਸ਼ੇਕ ਮਜਬੂਰ ਕਰੇਗਾ ਬੰਦਗੀ ਦੇ ਜਾਣ ਦੇ ਲਈ, ਉਹ ਤੁਹਾਨੂੰ ਮਜਬੂਰ ਕਰੇਗਾ ਦੂਜਿਆਂ ਦੇ ਲਈ ਪ੍ਰਾਰਥਨਾ ਕਰਨ ਦੇ ਲਈ, ਉਹ ਮਜਬੂਰ ਕਰੇਗਾ ਪਰਮੇਸ਼ਵਰ ਤੋਂ ਗੱਲਾਂ ਪੁੱਛਣ ਦੇ ਲਈ। ਜਦੋਂ ਤੁਸੀਂ ਪਰਮੇਸ਼ਵਰ ਦੀ ਇੱਛਾ ਦੇ ਮੁਤਾਬਕ ਆਪਣੀ ਜ਼ਿੰਦਗੀ ਜੀਣਾ ਸ਼ੁਰੂ ਕਰੋਗੇ ਤਾਂ ਉਸ ਦੀ 5 ਬਾਤ ਦੀ 18 ਦੇ ਅੰਦਰ ਉੱਥੇ ਲਿਖਿਆ, ਵਚਨ ਦੇ ਵਿੱਚ ਲਿਖਿਆ, ਪੜ੍ਹਨਾ ਜਲਦੀ ਪੜ੍ਹੋ ਕਿਉਂਕਿ ਸਭ ਥੋੜਾ ਟਾਈਮ ਦੇਖਣਾ ਕਿੰਨਾ ਹੋਗਾ, ਜ਼ਿਆਦਾ ਨਾ ਹੋਵੇ ਟਾਈਮ। ਪਹਿਲਾਂ ਤਾਂ ਸਲੂਕੀਆਂ ਉਹਦਾ 5 ਬਾਤ ਦੀ 18 ਆਇਤ ਹੋਏਗੀ। ਹਰ ਹਾਲ ਵਿੱਚ अब ਅੱਗੇ ਪੜ੍ਹੋ, ਚਲੋ। ਹਰ ਹਾਲ ਵਿੱਚ ਧੰਨਵਾਦ ਕਰੋ। ਹਾਂਜੀ ਅੱਗੇ ਚਲੋ। ਕਿਉਂ ਜੋ ਤੁਹਾਡੇ ਲਈ ਮਸੀਹ ਯਿਸੂ ਵਿੱਚ, ਹਾਂ ਤੁਹਾਡੇ ਲਈ, ਦੁਬਾਰਾ ਇਹਨੂੰ ਪੜ੍ਹੋ ਜਰਾ। ਹਰ ਹਾਲ ਵਿੱਚ ਧੰਨਵਾਦ ਕਰੋ। ਹਾਂਜੀ ਕਿਉਂ ਜੋ ਹਾਂਜੀ ਤੁਹਾਡੇ ਲਈ ਤੇ ਮੇਰੇ ਲਈ ਵੀ ਹੈ। ਕਹਿੰਦਾ ਤੁਹਾਡੇ ਲਈ ਮਸੀਹ ਯਿਸੂ ਵਿੱਚ, ਪ੍ਰਭੂ ਯਿਸੂ ਮਸੀਹ ਦੇ ਵਿੱਚ ਪਰਮੇਸ਼ਵਰ ਦੀ ਇਹੋ ਇੱਛਾ ਹੈ, ਪਰਮੇਸ਼ਵਰ ਦੀ ਇਹੋ ਇੱਛਾ ਹੈ, ਇਹ ਇੱਛਾ ਹੈ ਕਿ ਤੁਸੀਂ ਹਰ ਹਾਲ ਦੇ ਵਿੱਚ ਰੱਬ ਦਾ ਕੀ ਕਰਦੇ ਰਹੋ, ਉਹਦੀ ਇੱਛਾ ਦੇ ਮੁਤਾਬਕ ਚੱਲਦੇ ਰਹੋ, ਉਹਦੀ ਇੱਛਾ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰੋ। ਤੇ ਰੱਬ ਤਾਂ ਨਹੀਂ ਨਾ ਚਾਹੁੰਦਾ ਵੀ ਉਹਦੀ ਇੱਛਾ ਨੂੰ ਛੱਡ ਕੇ ਤੁਸੀਂ ਮਨੁੱਖਾਂ ਦੀਆਂ ਗੱਲਾਂ ਮੰਨੋ ਜਾਂ ਬੰਦਗੀ ਨੂੰ ਛੱਡ ਕੇ ਤੁਸੀਂ ਘਰੇ ਬੈਠੇ ਰਹੋ, ਇਦਾਂ ਤਾਂ ਨਹੀਂ ਹੈ। ਅੱਜ ਬਹੁਤ ਸਾਰੇ ਇਵੈਂਜਲਿਸਟ, ਪਾਸਟਰਸ
ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਸਬਤ ਦੇ ਦਿਨ ਨੂੰ ਜਾਂ ਚਰਚ ਜਾਣਾ ਨਹੀਂ ਜਾ ਰਹੇ, ਕਿਉਂਕਿ ਉਹਨਾਂ ਦੇ ਜੀਵਨ ਵਿੱਚ ਪਰਮੇਸ਼ਵਰ ਦੀ ਇੱਛਾ ਪੂਰੀ ਨਹੀਂ ਹੋ ਰਹੀ। ਉਹ ਡਰਦੇ ਨਹੀਂ ਰੱਬ ਤੋਂ, ਇੱਕ ਐਤ ਨਹੀਂ ਉਹਨਾਂ ਦਾ ਰੱਬ ਦੇ ਨਾਲ, ਕਾਨੂੰਨ ਨੂੰ ਉਹ ਭੁੱਲ ਚੁੱਕੇ ਨੇ। ਜੇਕਰ ਅਸੀਂ ਦੂਸਰਾ ਪਤਰਸ, ਇੱਕ ਮਿੰਟ ਕੱਢ ਕੇ ਦੂਸਰੇ ਪਤਰਸ ਨੂੰ ਦੇਖਦੇ ਹਾਂ, ਦੂਸਰਾ ਪਤਰਸ ਉਸਦੀ ਇੱਕ ਬਾਬ ਦੀ ਸ਼ਾਇਦ 21 ਹੈ, ਤਾਂ ਉੱਥੇ ਦੇਖੀਏ ਪੜ ਕੀ ਹੋਏਗਾ, ਦੇਖੀਏ ਜਰਾ। ਕਿਉਂਕਿ ਕੋਈ ਅੰਗਵਾਕ ਹਾਂਜੀ ਮਨੁੱਖ ਦੀ ਇੱਛਾ ਤੋਂ ਕਦੇ ਨਹੀਂ ਆਇਆ। ਕਹਿੰਦਾ ਕੋਈ ਵੀ ਅੰਗਵਾਕ ਮਨੁੱਖ ਦੀ ਇੱਛਾ ਦੇ ਅਨੁਸਾਰ ਕਦੇ ਨਹੀਂ ਆਇਆ, ਕਦੇ ਵੀ ਨਹੀਂ ਆਇਆ। ਕਦੀ ਮਨੁੱਖ ਦੀ ਇੱਛਾ ਅਨੁਸਾਰ ਮਨੁੱਖ ਦੀ ਇੱਛਾ ਪੂਰੀ ਹੋ ਸਕਦੀ ਹੈ? ਕਰ ਸਕਦਾ ਮਨੁੱਖ ਵੀ ਮੈਂ ਇਦਾਂ ਕਰ ਲਵਾਂ? ਹੋ ਸਕਦਾ ਹੈ? ਨਹੀਂ। ਪਰ ਕਿੰਨੀ ਇੱਛਾ ਦੇ ਨਾਲ ਹੁੰਦਾ ਹੈ? ਪੜ੍ਹੀਏ ਜਰਾ। ਹਾਂਜੀ ਸਗੋਂ ਮਨੁੱਖ ਪਵਿੱਤਰ ਆਤਮਾ ਦੇ ਹਾਂਜੀ ਉਕਾਸਾ ਨਾਲ ਹਾਂ ਪਰਮੇਸ਼ਵਰ ਦੇ ਵੱਲੋਂ ਬੋਲਦੇ ਹਨ। ਕਹਿੰਦਾ ਵੀ ਉਹ ਪਵਿੱਤਰ ਆਤਮਾ ਦੇ ਉਕਸਾਉਣ ਦੇ ਨਾਲ ਪਰਮੇਸ਼ਵਰ ਦੀ ਵੱਲੋਂ ਕੀ ਕਰਦੇ ਨੇ? ਕਿਉਂਕਿ ਜਦੋਂ ਪਰਮੇਸ਼ਵਰ ਦੀ ਇੱਛਾ ਦੇ ਵਿੱਚ ਰਹਿੰਦੇ ਨੇ ਤੇ ਇਨਸਾਨ ਨੂੰ ਪਵਿੱਤਰ ਆਤਮਾ ਆ ਕੇ ਕੀ ਕਰਦਾ ਹੈ? ਜਿਸੋ ਦੱਸਦਾ ਹੈ। ਅੱਜ ਸਾਨੂੰ ਜ਼ਰੂਰਤ ਹੈ ਕਿ ਅਸੀਂ ਰੱਬ ਦੀ ਇੱਛਾ ਦੇ ਨਾਲ ਚੱਲਣਾ ਕੀ ਕਰੀਏ? ਸ਼ੁਰੂ ਕਰੀਏ। ਜਦੋਂ ਪੌਲਸ ਦੇ ਜੀਵਨ ਦੇ ਵਿੱਚ ਰੱਬ ਦੀ ਇੱਛਾ ਜ਼ਾਹਿਰ ਹੋ ਗਈ, ਪੌਲਸ ਬੇਸ਼ੱਕ ਖੁਦਾ ਦੇ ਲੋਕਾਂ ਨੂੰ ਮਾਰਦਾ ਕੁੱਟਦਾ ਤੇ ਉਹਨਾਂ ਨੂੰ ਜੇਲ੍ਹ ਵਿੱਚ ਪਾਇਆ ਕਰਦਾ ਸੀ, ਪਰ ਇੱਕ ਦਿਨ ਸਮਾਂ ਆ ਗਿਆ, ਰੱਬ ਨੇ ਆਪਣੀ ਇੱਛਾ ਉਹਦੇ ਉੱਤੇ ਲਾਗੂ ਕਰ ਦਿੱਤੀ। ਜਿਸ ਦਿਨ ਲਾਗੂ ਉਹਦੀ ਇੱਛਾ ਹੋਈ, ਪ੍ਰਭੂ ਦੀ ਇੱਛਾ ਹੋਈ, ਫਿਰ ਪਹਿਲਾਂ ਸੌਲਸ ਸੀ ਤੇ ਫਿਰ ਕੀ ਉਹ ਬਣ ਗਿਆ? ਹੁਣ ਪਹਿਲਾਂ ਤੁਸੀਂ ਆਮ ਸੀ ਤੇ ਹੁਣ ਤੁਸੀਂ ਖਾਸ ਬਣ ਗਏ ਹੋ। ਹੁਣ ਤੁਸੀਂ ਆਮ ਨਹੀਂ ਰਹੇ। ਤੁਹਾਡਾ ਨਾਤਾ ਹੁਣ ਸੰਸਾਰ ਨਾਲ ਨਹੀਂ, ਬਲਕਿ ਤੁਹਾਡਾ ਨਾਤਾ ਸਰਵ ਸ਼ਕਤੀਮਾਨ ਪ੍ਰਭੂ ਦੇ ਨਾਲ ਹੈ ਕਿ ਅਸੀਂ ਉਹਦੀ ਇੱਛਾ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਕੀ ਕਰੀਏ। ਜੇਕਰ ਅਸੀਂ ਰੱਬ ਦੇ ਵਿੱਚ, ਜਦੋਂ ਪੌਲਸ ਦੇ ਉੱਪਰ ਇਹ ਗੱਲ ਵਾਪਰੀ, ਪੌਲਸ ਨੂੰ ਗਿਆਨ ਹੋ ਗਿਆ ਕਿ ਰੱਬ ਦੀ ਇੱਛਾ ਮੇਰੇ ਜੀਵਨ 'ਚ ਕੀ ਹੈ। ਉਹੀ ਪੌਲਸ ਪਹਿਲਾਂ ਖੁਦਾ ਦੇ ਲੋਕਾਂ ਨੂੰ ਮਾਰਦਾ ਕੁੱਟਦਾ, ਉਹੀ ਪੌਲਸ ਜਿਹੜਾ ਹੁਣ ਖੁਦਾ ਦੇ ਨਾਮ ਦੇ ਵਿੱਚ ਕਲੀਸਿਆ ਨੂੰ ਸਥਾਪਿਤ ਕਰਨ ਵਾਲਾ ਬਣ ਗਿਆ। ਹੁਣ ਕਹਿ ਰਿਹਾ ਕਿ ਖੁਦਾ ਦੀ ਇੱਛਾ ਨੂੰ ਜਾਣੋ, ਕਿਉਂਕਿ ਇਹ ਜਿਹੜਾ ਪੌਲਸ ਹੈ, ਜਿਹੜਾ ਸੌਲਸ ਹੈ, ਉਹਨਾਂ ਟਾਈਮਾਂ ਦੇ ਬਹੁਤ ਸਾਰੇ ਦੋ ਲੋਕ ਸਨ ਜਿਹੜੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਸਨ। ਇੱਕ ਨਿਕੋਦੇਮਸ ਤੇ ਇੱਕ ਗਮੀਏਲ। ਇਹ ਬਹੁਤ ਜ਼ਿਆਦਾ ਵਿਦਵਾਨ ਸਨ ਤੇ ਗਮੀਏਲ ਦੇ ਚਰਨਾਂ ਦੇ ਵਿੱਚ ਪੌਲਸ ਪਲਿਆ ਹੋਇਆ ਸੀਗਾ, ਜਦੋਂ ਬੜੀ ਇਹਨੇ ਉੱਚੀ ਵਿਦਿਆ ਪ੍ਰਾਪਤ ਕੀਤੀ ਸੀਗੀ। ਪਰ ਜਿਸ ਦਿਨ ਪਰਮੇਸ਼ਵਰ ਦਾ ਅਭਿਸ਼ੇਕ ਹੋਇਆ, ਉਹ ਸਾਰੀ ਵਿਦਿਆ ਜਾਂਦੀ ਰਹੀ, ਸਭ ਕੁਝ ਗਿਆ, ਲੇਕਿਨ ਜਿਸ ਦਿਨ ਪਰਮੇਸ਼ਵਰ ਦਾ ਅਭਿਸ਼ੇਕ ਨੇ ਉਹਨੂੰ ਛੂ ਲਿਆ, ਜਿਸ ਦਿਨ ਪਰਮੇਸ਼ਵਰ ਦਾ ਹੋਲੀ ਸਪਿਰਿਟ ਉਹਦੇ ਵਿੱਚ ਆ ਗਿਆ, ਫਿਰ ਹੁਣ ਪੌਲਸ ਮਨੁੱਖਾਂ ਦੇ ਲਈ ਨਹੀਂ, ਸਗੋਂ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਆਪਣੀ ਉਮਰ ਨੂੰ ਕੀ ਕਰਨ ਲੱਗਾ? ਕੱਟਣ ਲੱਗਾ। ਕੱਟੀ ਕਿ ਨਹੀਂ ਫਿਰ ਉਹਨੇ? ਫਿਰ ਜੋ ਮਰਜ਼ੀ ਹਾਲਾਤ ਬਦਲ ਗਏ। ਫਿਰ ਪੌਲਸ ਪਹਿਲਾਂ ਕੁਝ ਸੀ, ਹੁਣ ਪੌਲਸ ਦੇ ਰਮਾਲ ਦੇ ਵਿੱਚ ਇੰਨੀ ਤਾਕਤ ਆ ਗਈ, ਪੌਲਸ ਏਦਾਂ ਰਮਾਲ ਕਰਦਾ ਸੀ ਤੇ ਰੋਗੀ ਕੀ ਹੁੰਦੇ ਸਨ। ਅੱਜ ਤੁਹਾਡੇ ਜੀਵਨ ਦੇ ਵਿੱਚ ਵੀ ਅਭਿਸ਼ੇਕ ਆ ਸਕਦਾ ਹੈ। ਅੱਜ ਵੀ ਪਰਮੇਸ਼ਰ ਉਹ ਕੰਮ ਕਰ ਸਕਦਾ ਹੈ, ਕਿਉਂਕਿ ਖੁਦਾ ਦੇ ਵਚਨ ਦੇ ਵਿੱਚ ਲਿਖਿਆ, ਉਹ ਨਾ ਬਦਲਣ ਵਾਲਾ ਕੀ ਹੈ? ਉਹ ਕਦੀ ਬਦਲਦਾ ਨਹੀਂ। ਕਿ ਬਦਲਦਾ ਹੈ? ਇਨਸਾਨ ਬਦਲ ਜਾਂਦਾ ਹੈ, ਪਰ ਉਹ ਬਦਲਦਾ ਨਹੀਂ। ਉਹ ਅੱਜ ਵੀ ਉਹੀ ਹੈ ਜੋ ਪਹਿਲਾਂ ਨਬੀਆਂ ਰਸੂਲਾਂ ਦੇ ਨਾਲ, ਸੇਵਕਾਂ ਦੇ ਨਾਲ ਕੰਮ ਕਰਦਾ ਆਇਆ ਹੈ। ਅੱਜ ਵੀ ਉਹ ਕਰਨਾ ਚਾਹੁੰਦਾ ਤੁਹਾਡੇ ਤੇ ਮੇਰੇ ਵਸੀਲੇ ਦੇ ਨਾਲ। ਜਿਵੇਂ ਪਹਿਲਾਂ ਨਬੀ ਉਹਦੀ ਇੱਛਾ ਨੂੰ ਚੱਲਦੇ ਸਨ, ਅੱਜ ਅਸੀਂ ਜਦੋਂ ਉਸ ਦੀ ਇੱਛਾ ਦੇ ਮੁਤਾਬਕ ਆਪਣੀ ਜ਼ਿੰਦਗੀ ਜੀਵਾਂਗੇ ਤੇ ਸਾਡੇ ਵਿੱਚ ਫਿਰ ਪਰਮੇਸ਼ਵਰ ਦਾ ਅਭਿਸ਼ੇਕ ਨਵੇਂ ਤਰੀਕੇ ਨਾਲ ਬਹਿਣਾ ਕੀ ਹੋ ਜਾਵੇਗਾ? ਸ਼ੁਰੂ ਹੋ ਜਾਏਗਾ। ਸੋ ਅਜ਼ੀਜ਼ ਖੁਦਾ ਦੇ ਲੋਕੋ, ਜੇ ਅੱਜ ਤੁਹਾਡੇ ਜੀਵਨ ਦੇ ਵਿੱਚ ਪਹਿਲਾਂ ਮਨੁੱਖਾਂ ਦੇ ਅਨੁਸਾਰ ਤੁਸੀਂ ਆਪਣੀ ਜ਼ਿੰਦਗੀ ਤੇ ਉਮਰ ਨੂੰ ਕੱਟ ਰਹੇ ਹੋ, ਅੱਜ ਇਸ ਉਮਰ ਨੂੰ ਜੇ ਰੱਬ ਨੇ ਦਿੱਤੀ ਤੇ ਰੱਬ ਦੇ ਲਈ ਕੱਟਣਾ ਕੀ ਕਰੋ। ਬੇਸ਼ੱਕ ਭੁੱਖ ਪਿਆਸ ਆਈ, ਉਹਦੀ ਕੋਈ ਚਿੰਤਾ ਨਹੀਂ, ਇਸ ਗੱਲ ਦੇ ਮਾਧਿਅਮ ਤੋਂ ਕੋਈ ਪ੍ਰੋਬਲਮ ਨਹੀਂ। ਲੇਕਿਨ ਜੇ ਰੱਬ ਦੀ ਇੱਛਾ ਵਿੱਚ ਰਹੋਗੇ ਤੇ ਰੱਬ ਤੁਹਾਨੂੰ, ਚਾਹੇ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਉਂ ਨਾ ਕੁਝ ਖਾਦਾ ਹੋਵੇ, ਲੇਕਿਨ ਤੁਹਾਡੇ ਪੇਟ ਨੂੰ ਕਦੀ ਵੀ ਖਾਲੀ ਮਹਿਸੂਸ ਨਹੀਂ ਹੋਣ ਦੇਵੇਗਾ ਉਹ। ਕਿਉਂਕਿ ਉਹ ਸਵਰਗ ਤੋਂ ਅਭਿਸ਼ੇਕ ਦੇ ਨਾਲ, ਸਵਰਗ ਤੋਂ ਪਵਿੱਤਰ ਆਤਮਾ ਦੇ ਨਾਲ, ਸਵਰਗ ਤੋਂ ਅਨੌਇੰਟਿੰਗ ਪਾਵਰ ਦੇ ਨਾਲ ਤੁਹਾਡੇ ਪੇਟ ਨੂੰ ਭਰ ਕੇ ਰੱਖੇਗਾ। ਤੁਹਾਨੂੰ ਕਦੀ ਵੀ ਭੁੱਖ ਨਹੀਂ ਹੋ ਸਕੇਗੀ, ਕਦੀ ਵੀ ਤੁਹਾਨੂੰ ਭੁੱਖ। ਕਿਉਂਕਿ ਮੈਂ ਉਹਨਾਂ ਰੱਬ ਦੇ ਦਾਸਾਂ ਨੂੰ ਜਾਣਦਾ ਹੈ ਜਿਹੜੇ 40 ਦਿਨ ਉਪਾਸ ਕਰਕੇ ਵੀ, ਤੇ ਜਦੋਂ ਉਹਨਾਂ ਨੂੰ ਮਿਲੀਦਾ ਸੀ ਤੇ ਉਹਨਾਂ ਦਾ ਜਿਹੜਾ ਚਿਹਰਾ ਸੀ
ਭਾਖਦਾ ਹੋਇਆ ਹੁੰਦਾ ਸੀ, ਕਿਉਂਕਿ ਉਹ ਰੱਬ ਦੀ ਇੱਛਾ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਕੀ ਕਰਦੇ ਸੀ। ਕਿਉਂਕਿ ਭੁੱਖ ਦਾਸ ਨੂੰ ਨਹੀਂ ਸੀ ਲੱਗਦੀ, ਭੁੱਖ ਸਵਾਏ ਖੁਦਾ ਨੂੰ ਲੱਗਦੀ ਸੀ। ਜੇ ਰੱਬ ਦਾ ਦਾਸ ਭੁੱਖਾ ਹੈ ਤੇ ਸਮਝੋ ਰੱਬ ਭੁੱਖਾ ਹੈ। ਤੇ ਫਿਰ ਰੱਬ ਆਪਣੇ ਲੋਕਾਂ ਨੂੰ ਭੁੱਖਾ ਰਹਿਣ ਦੇਗਾ। ਵਚਨ 'ਚ ਲਿਖਿਆ ਸ਼ੇਰ ਬੱਚਿਆਂ ਨੂੰ ਘਾਟਾ ਲੱਗਦਾ ਤੇ ਸ਼ੇਰ ਬੱਚਿਆਂ ਨੂੰ ਕਹਿੰਦਾ ਘਾਟਾ ਪੈਂਦਾ ਤੇ ਭੁੱਖ ਲੱਗਦੀ, ਲੇਕਿਨ ਰੱਬ ਦੇ ਤਾਲਬਾਂ ਨੂੰ ਕਿਸੇ ਚੰਗੀ ਚੀਜ਼ ਦੀ ਥੋੜ, ਰੱਬ ਤੁਹਾਨੂੰ ਕਿਸੇ ਵੀ ਚੀਜ਼ ਦੀ ਥੋੜ ਨਹੀਂ ਰਹਿਣ ਦੇਗਾ ਜੇਕਰ ਅਸੀਂ ਉਹਦੀ ਇੱਛਾ ਦੇ ਮੁਤਾਬਕ ਆਪਣੇ ਜੀਵਨ ਨੂੰ ਬਤੀਤ ਕਰਾਂਗੇ। ਜੇ ਰੱਬ ਨੇ ਸਾਨੂੰ ਉਮਰ ਦਿੱਤੀ ਹੈ ਤੇ ਇਹ ਉਮਰ ਰੱਬ ਦੇ ਨਾਂ ਤੇ ਲਾਓ। ਇਹ ਸੰਸਾਰ ਚਲਾ ਜਾਏਗਾ, ਇਹ ਕੰਮ ਇਦਾਂ ਚੱਲਦੇ ਰਹੇ ਨੇ। ਸਾਡੇ ਦਾਦੇ ਇੱਥੋਂ ਤੱਕ ਸਾਡਾ ਫਾਦਰ ਜਾਂ ਅਸੀਂ ਪਿਛਲੀ ਪੀੜ੍ਹੀ ਨੂੰ ਨਿਗਾਹ ਮਾਰਦੇ ਹਾਂ, ਉਹ ਵੀ ਕੰਮ ਕਰਦੇ ਕਰਦੇ ਮਰ ਗਏ। ਤੇ ਅਸੀਂ ਵੀ ਜੇਕਰ ਇਦਾਂ ਚੱਲਦੇ ਜਾਵਾਂਗੇ ਇੱਕ ਦਿਨ ਸਾਡੇ ਜੀਵਨ ਤੇ ਵੀ ਇਹ ਕੰਮ ਆਉਣਾ ਆਏਗਾ ਕਿ ਨਹੀਂ। ਮੌਤ ਆਉਣੀ ਹੈ, ਪਰ ਸਭ ਤੋਂ ਵਧੀਆ ਮੌਤ ਉਹ ਹੈ ਜਿਹੜੀ ਰੱਬ ਦੀ ਇੱਛਾ ਦੇ ਵਿੱਚ ਹੋ ਕੇ ਆਵੇ। ਤੇ ਜਦੋਂ ਫਿਰ ਅਸੀਂ ਰੱਬ ਦੇ ਕੋਲੇ ਜਾਵਾਂਗੇ ਟਾਈਮ ਨਹੀਂ ਲੱਗੀ, ਉਸੇ ਟਾਈਮ ਦੂਤਾਂ ਨੂੰ ਕਹੇਗਾ ਮੇਰਾ ਪ੍ਰਿਆ ਬੇਟਾ ਅੱਜ ਧਰਤੀ ਤੇ ਸਾਰੀ ਉਮਰ ਮੇਰੀ ਇੱਛਾ ਦੇ ਮੁਤਾਬਕ ਪੂਰੀ ਕਰਕੇ ਆਇਆ ਹੈ, ਇਸ ਦਾ ਇਸਤਕਬਾਲ ਕਰੋ। ਸਵਰਗ ਦੇ ਵਿੱਚ ਸੋਨੇ ਦੀਆਂ ਛੜਕਾਂ ਨੇ, ਸਵਰਗ ਦੇ ਵਿੱਚ ਇੱਕ ਨਵਾਂ ਆਨੰਦ ਹੈ, ਸਵਰਗ ਦੇ ਵਿੱਚ ਇੱਕ ਨਵੀਂ ਸ਼ਕਤੀ ਹੈ, ਸਵਰਗ ਦੇ ਵਿੱਚ ਨਹੀਂ ਭੁੱਖ ਨਹੀਂ ਪਿਆਸ ਨਹੀਂ ਰਾਤ ਨਹੀਂ ਦਿਨ, ਹਰ ਸਮੇਂ ਪਰਮੇਸ਼ਵਰ ਦੀ ਵਡਿਆਈ ਕਰਨ ਵਾਲੇ ਲੋਕ ਨੇ। ਔਰ ਉਹਨਾਂ ਵਿੱਚ ਜਦੋਂ ਤੁਸੀਂ ਤੇ ਮੈਂ ਸ਼ਾਮਲ ਹੋ ਕੇ ਰੱਬ ਦਾ ਧੰਨਵਾਦ ਕਰਾਂਗੇ ਤੇ ਰੱਬ ਸਾਡੇ ਤੋਂ ਖੁਸ਼ ਹੋ ਕੇ ਸਾਨੂੰ ਬਹੁਤ ਵੱਡੀਆਂ ਬਰਕਤਾਂ ਦਾ ਕੀ ਬਣਾਏਗਾ, ਵਾਰਸ ਬਣਾਏਗਾ। ਅਸੀਂ ਹੀ ਵਾਰਸ ਨਹੀਂ ਬਣਾਂਗੇ ਬਲਕਿ ਸਾਡੀ ਧਰਤੀ ਤੇ ਰਹਿਣ ਵਾਲੀ ਪੀੜ੍ਹੀ ਨੂੰ ਵੀ ਪਰਮੇਸ਼ਰ ਉੱਚਾ ਕਰ ਦੇਵੇਗਾ। ਇਸ ਕਰਕੇ ਅਜ਼ੀਜ਼ੋ, ਜੇ ਖੁਦਾ ਨੇ ਸਾਨੂੰ ਇਸ ਧਰਤੀ ਤੇ ਰਹਿ ਕੇ ਉਮਰ ਬਸਰ ਕਰਨ ਦਾ ਮੌਕਾ ਦਿੱਤਾ ਹੈ ਤੇ ਉਹ ਉਮਰ ਜਿਹੜੀ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹਦੀ ਇੱਛਾ ਦੇ ਅਨੁਸਾਰ ਕੱਟੀਏ, ਤਾਂ ਕਿ ਪਰਮੇਸ਼ਰ ਆਪ ਸਭ ਨੂੰ ਬਹੁਤ ਵੱਡੀ ਬਰਕਤ ਦੇ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਇਸਤੇਮਾਲ ਕਰੇ। ਔਰ ਇਸ ਵਚਨ ਪੜ੍ਹੇ ਸੁਣੇ ਜਾਣ ਕੇ ਪਰਮੇਸ਼ਰ ਪਰਮੇਸ਼ਰ